ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਚੌਹਾਨ ਐਂਟਰਟੇਨਮੈਂਟ ਦੇਖ ਰਹੇ ਹੋ। ਦੋਸਤੋ, ਆਈਲੈਟਸ ਨੇ ਕਿਸ ਹੱਦ ਤੱਕ ਸਮਾਜ ਦੇ ਵਿੱਚ ਪੈਰ ਪਸਾਰ ਰਹੇ ਨੇ, ਇਹਦੇ ਸਮਾਜ ਦੇ ਉੱਪਰ ਪ੍ਰਭਾਵ ਕੀ ਪੈ ਰਹੇ ਨੇ, ਇਸੇ ਸੰਬੰਧ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਬਹੁਪੱਖੀ ਲੇਖਕ ਤੇ ਤਜਰਬੇਕਾਰ ਪੱਤਰਕਾਰ ਸ਼੍ਰੀ ਬੂਟਾ ਸਿੰਘ ਚੌਹਾਨ ਜੀ ਨਾਲ। ਆਓ ਸਵਾਗਤ ਕਰਦੇ ਹਾਂ। ਚੌਹਾਨ ਸਾਹਿਬ, ਸਤਿ ਸ਼੍ਰੀ ਅਕਾਲ, ਤੁਹਾਡਾ ਚੈਨਲ ਤੇ ਸਵਾਗਤ ਹੈ। ਤੁਹਾਡਾ ਵੀ ਸਵਾਲ ਦੇ ਵਿੱਚ ਹੋ ਗਿਆ। ਚੌਹਾਨ ਸਾਹਿਬ, ਆਈਲੈਟਸ ਜਿਸ ਵਿਸ਼ੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ, ਸਮਾਜਿਕ ਪ੍ਰਭਾਵ ਇਹ ਨੇ ਕਿ ਹਰ ਬੱਚਾ ਅੱਜ ਆਈਲੈਟਸ ਕਰਕੇ ਬਾਹਰ ਜਾਣ ਦੀ ਫਿਰਾਕ ਦੇ ਵਿੱਚ, ਉਹਨੂੰ ਕੋਈ ਮੌਕਾ ਮਿਲਦਾ ਉਹ ਸਮਾਜ ਦੇ ਵਿੱਚੋਂ ਨਿਕਲਣ ਦੀ, ਪੰਜਾਬ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੀ ਸਮਾਜਿਕ ਪ੍ਰਭਾਵ ਦੇ ਰਹੇ? ਇਹਦੇ ਸਮਾਜਿਕ ਪ੍ਰਭਾਵ ਅਜੀਤ ਇਹੀ ਪੈ ਰਹੇ ਨੇ ਵੀ ਜਿਹੜਾ ਬੱਚਾ ਐਲਸ ਕਰਕੇ ਬਾਹਰ ਜਾਂਦਾ ਤਾਂ ਲੜਕਾ ਭਾਵੇਂ ਲੜਕੀ, ਉਹਦੇ ਵਿੱਚ ਇਹ ਗੱਲ ਕਲੀਅਰ ਹੈ ਕਿ ਉਹਨੇ ਕਦੇ ਵੀ ਇਧਰ ਮੁੜ ਕੇ ਨਹੀਂ ਆਉਣਾ। ਠੀਕ ਹੈ। ਜੇ ਮੁੜ ਕੇ ਨਹੀਂ ਆਉਣਾ ਤਾਂ ਇਹ ਵੀ ਸੱਚ ਹੈ ਕਿ ਉਹਨਾਂ ਨੇ ਵਿਆਹ ਕਰਾ ਕੇ ਆਪਣੀ ਜ਼ਿੰਦਗੀ ਉੱਥੇ ਹੀ ਬਿਤਾਉਣੀ ਪਊਗੀ। ਆਪਦਾ ਘਰ ਬਣਾ ਕੇ ਵਧੀਆ ਰੁਜ਼ਗਾਰ ਪੈਦਾ ਕਰਕੇ, ਠੀਕ ਹੈ, ਉਹਦਾ ਬਾਲ ਬੱਚਾ ਉੱਥੇ ਹੀ ਪੈਦਾ ਹੋਊਗਾ ਤੇ ਉੱਥੇ ਹੀ ਜਾ ਕੇ ਉਹ ਅਸਰ ਪ੍ਰਭਾਵ ਫੂਲ ਕੇ ਉਸੇ ਹੀ ਮਤਲਬ ਸਮਾਜ ਦੇ ਵਿੱਚ ਜਿਹੜਾ ਹੈਗਾ ਉਹ ਜਵਾਨ ਹੋਊਗਾ। ਚੌਹਾਨ ਸਾਹਿਬ, ਅੰਤਰਜਾਤੀ ਵਿਆਹ, ਤੁਸੀਂ ਵਿਆਹ ਦੀ ਗੱਲ ਕਰੀ, ਮੈਂ ਗੱਲ ਇਹ ਕਰ ਰਿਹਾ ਕਿ ਅੰਤਰਜਾਤੀ ਵਿਆਹ ਆਈਲੈਟਸ ਦੇ ਬਾਅਦ ਬਹੁਤ ਜ਼ਿਆਦਾ ਵਧੇ, ਅੰਤਰਜਾਤੀ ਵਿਆਹ ਹੋਣੇ ਸ਼ੁਰੂ ਹੋ ਗਏ। ਇਹ ਗੱਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਪਿਛੋਕੜ ਸਾਡਾ ਜਿਹੜਾ ਰਿਹਾ, ਜਿਹੜੇ ਦੇਖੋ ਅੰਤਰਜਾਤੀ ਵਿਆਹ ਨੇ ਇਹ ਕੋਈ ਬੁਰੇ ਤਾਂ ਹੈ ਨਹੀਂ। ਠੀਕ ਹੈ, ਇਹ ਸਾਡੇ ਪੁਰਾਤਨ ਸਮਾਜ ਦਾ ਵੀ ਅੰਤਰਜਾਤੀ ਵਿਆਹ ਹਿੱਸਾ ਹੈ। ਠੀਕ ਹੈ, ਤੇ ਅਸੀਂ ਭਾਈ ਜੈਤੇ ਬਾਰੇ ਜਾਣਦੇ ਹਾਂ ਹਾਂਜੀ, ਵੀ ਜਿਹੜੀ 9ਵੀਂ ਪਾਤਸ਼ਾਹੀ ਦਾ ਸੀਸ ਹੈ ਜਿਹੜਾ ਉਹ ਅਨੰਦਪੁਰ ਸਾਹਿਬ ਲੈ ਕੇ ਆਏ ਸੀਗੇ। ਠੀਕ ਹੈ, ਤੇ ਜਿਹੜੇ ਭਾਈ ਜੈਤੇ ਸੀਗੇ ਤਾਂ ਉਹ ਖੁਦ ਭਾਵੇਂ ਉਹਨਾਂ ਨੂੰ ਦਲਿਤ ਕਿਹਾ, ਦਲਿਤ ਸਬਰ ਕੀਤਾ ਜਾਂਦਾ ਹੈ, ਤੇ ਬਲਦੇਵ ਸਿੰਘ ਦਾ ਨਾਮ ਲੈ ਕੇ ਪੰਜਵਾਂ ਸਾਹਿਬਜ਼ਾਦਾ, ਠੀਕ ਹੈ, ਤਾਂ ਉਹਦੇ ਵਿੱਚ ਵਰਤਾਂਤ ਆਉਂਦਾ ਵੀ ਉਹ ਜਿਹੜੀ ਸੀ ਮਤਲਬ ਉਹਦਾ ਜਨਮ ਤੇ ਇੱਕ ਪ੍ਰੇਮੋ ਨਾਂ ਦੀ ਔਰਤ ਸੀ ਠੀਕ ਹੈ, ਜਿਹੜੀ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੀ ਸੀ, ਤੇ ਉਹਨਾਂ ਦੇ ਪਿਤਾ ਜਿਹੜੇ ਸੀਗੇ ਤੇ ਬਹੁਤ ਵੱਡੇ ਸੰਗੀਤ ਦੇ ਗਿਆਤਾ ਸੀ, ਅਤੇ 9ਵੀਂ ਪਾਤਸ਼ਾਹੀ ਜਿਹੜੀ ਧਰਮਸ਼ਾਲਾ ਬਣਾਈ ਉਸ ਦੇ ਲਈ ਤਾਂ ਉੱਥੇ ਸੰਗੀਤ ਸਿਖਾਉਂਦੇ ਹੁੰਦੇ ਸੀ ਉਹ, ਤੇ ਭਾਈ ਜੈਤਾ ਨੂੰ ਕੋਈ ਸੰਗੀਤ ਸਿੱਖਦਾ ਸੀਗਾ। ਠੀਕ ਹੈ, ਤੇ ਪ੍ਰੇਮੋ ਨਾਲ ਮਤਲਬ ਉਹਨਾਂ ਦੇ ਆਪਸੀ ਜਿਹੜੇ ਸੀਗੇ ਪ੍ਰੇਮ ਮੁਹੱਬਤ ਦੀ ਜਿਹੜੀ ਮਤਲਬ ਕੋਈ, ਤਾਂ ਗੁਰੂ ਸਾਹਿਬ ਨੇ ਉਹਦੇ ਵਿੱਚ ਆਪ ਦਖਲ ਦੇ ਕੇ ਉਹ ਪ੍ਰੇਮ ਵਿਆਹ ਨੂੰ ਸਿਰੇ ਚੜਾਇਆ। ਅੱਛਾ, ਉਹ ਪ੍ਰੇਮ ਵਿਆਹ ਦਾ ਸਾਡੇ ਇਤਿਹਾਸ 'ਚ ਪਹਿਲਾ ਮਤਲਬ ਵਿਆਹ ਮੰਨਿਆ ਜਾਂਦਾ। ਠੀਕ ਹੈ, ਤੇ ਬਾਅਦ 'ਚ ਵੱਖਰੀ ਗੱਲ ਹੈ ਕਿ ਜਿਹੜੇ ਪ੍ਰੇਮੋ ਜੀ ਦੇ ਮਤਲਬ ਪਿਤਾ ਜੀ ਸੀ, ਉਹਦਾ ਬ੍ਰਾਹਮਣ ਸਮਾਜ ਨੇ ਭਾਂਡਾ ਵੀ ਤਿਆਗਿਆ, ਠੀਕ ਹੈ, ਕੋਈ ਸ਼ਬਦ ਵੀ ਨਹੀਂ ਪਾਇਆ ਉਂਝ, ਪਰ ਉਹਨੇ ਗੁਰੂ ਸਾਹਿਬ ਦੀ ਗੱਲ ਮੰਨੀ ਤੇ ਉਹ ਉੱਥੋਂ ਲੈ ਗਏ। ਤੇ ਇਤਿਹਾਸ ਦੇ ਵਿੱਚ ਮਤਲਬ ਇਹ ਪਹਿਲਾ ਜਿਹੜਾ ਜ਼ਿਕਰ ਹੈ ਉਹ ਬਲਦੇਵ ਸਿੰਘ ਦੇ ਨਾਵਲ ਤੋਂ ਪਤਾ ਲੱਗਦਾ। ਠੀਕ ਹੈ, ਫਿਰ ਸਮੇਂ ਸਿਰ ਆਪਣੇ ਲਹਿਰਾਂ ਵੀ ਉੱਠਦੀਆਂ ਰਹੀਆਂ, ਜਿਵੇਂ ਕਿ ਸੰਤ ਰਾਮਾਨੰਦ ਜੀ ਹੋਏ ਨੇ, ਹਾਂਜੀ, ਉਹਨਾਂ ਦਾ ਗੁਰਬਾਣੀ ਦੇ ਵਿੱਚ ਵੀ ਇੱਕ ਸ਼ਬਦ ਹੈ, ਤੇ ਉਹ ਜਾਤ ਪਾਤ ਦੇ ਬਹੁਤ ਖਿਲਾਫ ਸੀ। ਠੀਕ ਹੈ, ਉਹਨਾਂ ਨੇ ਜਾਤ ਪਾਤ ਦੀ ਜਿਹੜੀ ਮਤਲਬ ਬੁਰਾਈ ਸੀ ਇਹਨੂੰ ਦੂਰ ਕਰਨ ਵਾਸਤੇ ਆਪਦੇ ਵੱਖ-ਵੱਖ ਜਾਤੀਆਂ ਚੋਂ ਚੇਲੇ ਬਣਾਏ। ਠੀਕ ਹੈ, ਭਗਤ ਰਵਿਦਾਸ ਵੀ ਉਹਨਾਂ ਦਾ ਸ਼ਾਗਿਰਦ ਸੀ, ਠੀਕ ਹੈ, ਭਗਤ ਕਬੀਰ ਵੀ ਤੇ ਮੀਰਾਬਾਈ ਵੀ ਉਹਨਾਂ ਦੇ ਸ਼ਾਗਿਰਦ ਸੀ, ਬਾਬਾ ਸੁਖਾਨੰਦ ਜੀ, ਤੇ ਇਸ ਤਰ੍ਹਾਂ ਹੋਰ ਕਈ, ਤੇ ਬਹੁਤੇ ਪ੍ਰਸਿੱਧ ਨਹੀਂ ਹੋ ਸਕੇ, ਪਰ ਮਤਲਬ ਉਹਨਾਂ ਨੇ ਇਹ ਯਤਨ ਕੀਤਾ ਵੀ ਇਹ ਜਾਤ ਪਾਤ ਬੁਰੀ ਗੱਲ ਹੈ, ਨਹੀਂ ਹੋਣੀ ਚਾਹੀਦੀ ਹੈ। ਤੇ ਫਿਰ ਇਹ ਜਿਹੜੇ ਨਾਮਧਾਰੀਆਂ ਦੇ ਗੁਰੂ ਹੋਏ ਸੀਗੇ ਰਾਮ ਸਿੰਘ ਵੀ, ਮਹਾਰਾਜ ਰਾਮ ਸਿੰਘ ਜੀ, ਹਾਂਜੀ, ਤੇ ਉਹਨਾਂ ਨੇ ਪਰੰਪਰਾ ਸ਼ੁਰੂ ਕੀਤੀ, ਤੇ ਨਾਮਧਾਰੀ ਸਮਾਜ ਦੇ ਵਿੱਚ ਅੱਜ ਤੋਂ 25-30 ਸਾਲ ਤੱਕ ਪਹਿਲਾਂ ਅੰਤਰਜਾਤੀ ਵਿਆਹ ਹੁੰਦੇ ਰਹੇ ਆ। ਠੀਕ ਹੈ, ਜਿੰਨੇ ਉਹਨਾਂ ਦੇ ਸੇਵਕ ਹੁੰਦੇ ਸੀ ਉਹ ਕੁੜੀਆਂ ਮੁੰਡੇ ਦੇਖ ਕੇ ਉਹਦੇ ਇਕੱਠੇ ਆਨੰਦ ਕਾਰਜ ਕਰਕੇ ਸਮੂਹ ਵਿਆਹ ਕਰਾਉਂਦੇ। ਇਸ ਤਰ੍ਹਾਂ ਜਿਹੜੀ ਸਿਰਸਾ ਸੰਪਰਦਾਇ ਹੈ ਉਹਦੇ ਵਿੱਚ ਵੀ ਅੰਤਰਜਾਤੀ ਵਿਆਹ ਹੁੰਦੇ ਰਹੇ ਆ, ਪਰ ਇਹ ਸਮਾਜ ਦੇ ਵਿੱਚ ਲਹਿਰ ਨਹੀਂ ਬਣੀ। ਠੀਕ ਹੈ, ਤੇ ਫਿਰ ਜਿਹੜੀਆਂ ਵੱਖ-ਵੱਖ ਲਹਿਰਾਂ ਚੱਲੀਆਂ, ਜਿਵੇਂ ਨਕਸਲੀਆ ਲਹਿਰ ਚੱਲੀ ਇੱਥੇ, ਤੇ ਉਹਦੇ ਵਿੱਚ ਵੀ ਜਿਹੜੇ ਮੁੰਡੇ ਕੁੜੀਆਂ ਕੰਮ ਕਰਦੇ ਨੇ ਇਕੱਠੇ,
ਤੇ ਉਹਨਾਂ ਨੇ ਵੀ ਵਿਆਹ ਕਰਵਾਏ ਆਪਸ ਵਿੱਚ। ਠੀਕ ਹੈ ਹੁਣ ਪਰ ਸਮਾਜਿਕ ਤੌਰ ਤੇ ਜਦੋਂ ਮਾਪਿਆਂ ਵੱਲੋਂ ਰਿਸ਼ਤੇ ਕੀਤੇ ਜਾਂਦੇ ਆ, ਉਹ ਗੈਰ ਜਾਤੀ ਚ ਨਹੀਂ, ਉਹ ਜਾਤ ਦੇ ਅਜੇ ਤੱਕ ਵੀ ਆਪਦੀ ਜਾਤੀ ਦੇ ਵਿੱਚ ਹੀ ਰਿਸ਼ਤੇ ਵੇਖੇ ਜਾਂਦੇ ਆ। ਤੇ ਹੁਣ ਜਿਵੇਂ ਐਲਸੀ ਗੱਲ ਕਰ ਰਹੇ ਸੀ ਆਪਾਂ, ਤੇ ਉਹਦੇ ਵਿੱਚ ਵੀ ਜਿਹੜੇ ਹੁਣ ਰਿਸ਼ਤੇ ਨਾਤੇ ਉੱਥੇ ਹੋ ਰਹੇ ਆ, ਉਹਦੇ ਵਿੱਚ ਅੰਤਰਜਾਤੀ ਰਿਸ਼ਤੇ ਨਾਤੇ ਹੋ ਰਹੇ ਨੇ। ਠੀਕ ਹੈ ਤੇ ਘਰਦਿਆਂ ਦੀ ਸਹਿਮਤੀ ਨਾਲ ਵੀ ਹੋ ਰਹੇ ਆ। ਠੀਕ ਹੈ ਜੇ ਘਰ ਦੇ ਸਹਿਮਤੀ ਨਹੀਂ ਵੀ ਦਿੰਦੇ ਤਾਂ ਤਾਂ ਹੁਣ ਉੱਥੇ ਉਹ ਆਜ਼ਾਦ ਹੈ, ਕੋਈ ਮਾਪੇ ਦਾ ਪ੍ਰਭਾਵ ਨਹੀਂ, ਕੋਈ ਇਧਰਲਾ ਸਮਾਜ ਨਹੀਂ ਹੈ ਉੱਥੇ ਵੀ ਕੋਈ ਮਾੜਾ ਕਹੂਗਾ ਜਾਂ ਬੁਰੀ ਨਿਗਾਹ ਨਾਲ ਵੇਖਣਗੇ। ਤਾਂ ਉਹ ਜੇ ਲੜਕਾ ਲੜਕੀ ਦੇ ਵਿਚਾਰ ਮਿਲਦੇ ਆ ਜਾਂ ਉਹਨੂੰ ਲੱਗਦਾ ਹੈ ਵੀ ਅਸੀਂ ਆਉਣ ਵਾਲੀ ਜ਼ਿੰਦਗੀ ਵਧੀਆ ਕਰ ਸਕਦੇ ਹਾਂ, ਤਾਂ ਅੰਤਰਜਾਤੀ ਮਤਲਬ ਵਿਆਹ ਕਰ ਲੈਂਦੇ ਆ। ਮਾਪਿਆਂ ਦੀ ਸ਼ਮੂਲੀਅਤ ਹੋਵੇ ਚਾਹੇ ਨਾ ਹੋਵੇ, ਤੇ ਮਾਪਿਆਂ ਨੂੰ ਪਤਾ ਵੀ ਲੱਗ ਜੇ, ਉਹ ਕਰ ਵੀ ਨਹੀਂ ਕੁਝ ਸਕਦੇ ਠੀਕ ਹੈ ਬੱਚੇ, ਕਿਉਂਕਿ 18 ਸਾਲ ਤੋਂ ਵੱਡੇ ਹੁੰਦੇ ਨੇ ਉਹ। ਠੀਕ ਹੈ ਤੇ ਕੁਝ ਕੀਤਾ ਨਹੀਂ ਜਾ ਸਕਦਾ, ਕੋਈ ਚਾਰਾਜੋਈ ਨਹੀਂ ਕੀਤੀ ਜਾ ਸਕਦੀ, ਕਿਉਂਕਿ ਮਾਪੇ ਇੱਧਰ ਹੈ ਬੱਚੇ ਉੱਧਰ ਨੇ। ਤਾਂ ਉਹਨਾਂ ਨੂੰ ਮਾਨਤਾ ਦੇਣੀ ਹੋਈ ਪੈਂਦੀ ਹੈ। ਠੀਕ ਹੈ ਪਿੱਛੋਂ ਆਵਾਜਾਈ ਹੋ ਜਾ, ਕਈ ਸਹਿਮਤੀ ਦੇ ਵੀ ਦਿੰਦੇ ਆ। ਠੀਕ ਹੈ ਤੇ ਮੇਰੇ ਯਾਦ ਹੈ ਵੀ ਅੱਜ ਤੋਂ 4 ਸਾਲ ਪਹਿਲਾਂ ਮੈਂ ਇੱਕ ਬ੍ਰਾਹਮਣ ਪਰਿਵਾਰ ਦੇ 2 ਵਿਆਹਾਂ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ। ਉਹ ਵਿਆਹ ਬਰਨਾਲੇ ਹੋਏ। ਠੀਕ ਹੈ ਤੇ ਜਦੋਂ ਮੈਂ ਵਿਆਹ 'ਚ ਸ਼ਾਮਲ ਹੋਣ ਵਾਸਤੇ ਗਿਆ ਤਾਂ ਮੇਰਾ ਇੱਕ ਮਿਸਤਰੀ ਦੋਸਤ ਸੀਗਾ, ਤੇ ਉਹ ਉੱਥੇ ਖੜਾ ਬਰਾਤ ਦੀ ਸਵਾਗਤ ਕਰਨ ਵਾਲਾ ਸੀ। ਠੀਕ ਹੈ ਮੈਂ ਪੁੱਛਿਆ, ਉਹਨੇ ਮੈਨੂੰ ਦੱਸਿਆ ਵੀ ਇੱਥੋਂ ਵੀ ਉਹਦੀ ਕੁੜੀ ਕੈਨੇਡਾ ਰਹਿੰਦੀ ਹੈ 3-4 ਸਾਲ ਦੀ, ਤੇ ਇੱਥੋਂ ਬ੍ਰਾਹਮਣ ਪਰਿਵਾਰ ਦਾ ਜਿਹੜਾ ਮੁੰਡਾ ਉਹ ਵੀ ਕੈਨੇਡਾ ਰਹਿੰਦਾ ਸੀਗਾ, ਵੀ ਕੁੜੀ ਮੁੰਡੇ ਦੀ ਸਹਿਮਤੀ ਹੈ, ਮੈਨੂੰ ਕੀ ਇਤਰਾਜ਼ ਹੋ ਸਕਦਾ ਸੀ। ਅੱਛਾ ਜੀ ਉਹ ਕਹਿੰਦਾ ਮੈਂ ਖੁਸ਼ ਹਾਂ ਠੀਕ ਹੈ ਵੀ ਨਾ ਤਾਂ ਮੈਂ ਕੁੜੀ ਨੇ ਇੱਥੇ ਆਉਣਾ, ਨਾ ਅਸੀਂ ਇੱਧਰ ਬਸਣਾ। ਉਹਨਾਂ ਨੇ ਉੱਥੇ ਆਪਦੀ ਜ਼ਿੰਦਗੀ ਹੈ, ਵੀ ਉਹਨਾਂ ਦੀ ਸਹਿਮਤੀ ਹੈ, ਤਾਂ ਮੇਰੇ ਲਈ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ। ਬਿਲਕੁਲ ਤੇ ਫਿਰ ਦੂਸਰੇ ਦਿਨ ਹੀ ਉਹ ਜਿਹੜੇ ਮੁੰਡਾ ਸੀਗਾ, ਤਾਂ ਉਹਦੀ ਭੈਣ ਦਾ ਵਿਆਹ ਸੀ। ਜਦੋਂ ਉੱਥੇ ਗਿਆ ਤਾਂ ਉਹ ਮਤਲਬ ਉੱਥੇ ਸਾਰੀ ਬਰਾਤ ਪੱਗਾਂ ਵਾਲੀ ਆਈ। ਠੀਕ ਹੈ ਫਿਰ ਪਤਾ ਲੱਗਿਆ ਵੀ ਉਹ ਕੁੜੀ ਕੈਨੇਡਾ ਜਾਂਦੀ ਹੈ ਤੇ ਮੁੰਡਾ ਵੀ ਉਹ ਇਧਰੋਂ ਜ਼ਿਮੀਂਦਾਰਾਂ ਦਾ। ਠੀਕ ਹੈ ਤੇ ਉਹਨਾਂ ਨੇ ਕਰਾਇਆ। ਤਾਂ ਉਹ ਪਰਿਵਾਰ ਵੀ ਕਹਿੰਦਾ ਜੀ ਸਾਨੂੰ ਕੋਈ ਇਤਰਾਜ਼ ਨਹੀਂ, ਦੋਨੇ ਪਰਿਵਾਰ ਬੜੇ ਖੁਸ਼ ਹੋਏ, ਜਿਵੇਂ ਵਿਆਹ ਹੁੰਦੇ ਆ, ਕੋਈ ਤਣਾਅ ਨਹੀਂ, ਕੋਈ ਹੋਰ ਨਹੀਂ। ਤੇ ਇਸ ਤਰ੍ਹਾਂ ਫਿਰ ਮੇਰੇ ਸੁਣਨ 'ਚ ਉੱਥੇ ਹੋਰ ਵੀ ਗੱਲਾਂ ਆਈਆਂ, ਕਿਉਂਕਿ ਅਸੀਂ ਲੋਕ ਜਿਹੜਾ ਲੇਖ ਹੁੰਦੇ ਆ, ਅਸੀਂ ਸਮਾਜ ਦਾ ਹਿੱਸਾ ਹੁੰਦੇ ਆ। ਤੇ ਮੈਨੂੰ ਪਤਾ ਲੱਗਦਾ ਕਿਸੇ ਦੀ ਕੁੜੀ 6-7 ਸਾਲ ਦੀ ਉੱਥੇ ਗਈ ਗਿਆ, ਵਾਪਸ ਨਹੀਂ ਆਈ, ਤਾਂ ਉਹਦੇ ਵਿੱਚ ਗੱਲਾਂ ਕੱਢਣ ਦੀ ਲੋੜ ਨਹੀਂ ਪੈਂਦੀ। ਤੇ ਉਹ ਇਹ ਹੈ ਵੀ ਜੇ 6-7 ਸਾਲ ਕੁੜੀ ਉਦੋਂ ਨਹੀਂ ਆਈ ਤਾਂ ਉਹਦਾ ਕਾਰਨ ਇਹ ਹੈ ਵੀ ਉਹਨੇ ਆਪਦੀ ਇੱਛਾ ਦੇ ਅਨੁਸਾਰ ਉੱਥੇ ਵਿਆਹ ਕਰਵਾ ਲਿਆ। ਮਾਪਿਆਂ ਨੂੰ ਜਾਂ ਦੱਸਿਆ ਨਹੀਂ, ਜਾਂ ਮਾਪਿਆਂ ਨੂੰ ਪਤਾ ਹੈ ਦੱਸਣਾ ਨਹੀਂ ਚਾਹੁੰਦੇ ਹੋ, ਤੇ ਇਹ ਲੋਕ ਉਹਲਾ ਰੱਖਦੇ ਆ। ਪਰ ਉਂਝ ਜਦ ਸਾਰਾ ਕੁਝ ਉੱਥੇ ਹੋ ਰਿਹਾ ਹੈ। ਅਮਰੀਕਾ ਦੇ ਵਿੱਚ ਹੀ ਬੱਚੇ ਜਾਂਦੇ ਆ, ਆਸਟ੍ਰੇਲੀਆ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਘਰ-ਬਾਰ ਵੀ ਲੈ ਲੈ, ਕਿਉਂਕਿ ਉੱਥੇ ਮਕਾਨ ਬਹੁਤ ਮਹਿੰਗੇ ਮਿਲਦੇ ਨੇ। ਜੇ ਉਹਦੇ ਚੋਂ ਦੋਨਾਂ ਦੇ ਵਿੱਚੋਂ ਇੱਕ ਜਣਾ ਘਰ-ਬਾਰ ਲੈਂਦਾ, ਕਮਾਊ ਲੈਂਦਾ, ਤਾਂ ਉਹਨੂੰ 25-30 ਸਾਲ ਕਿਸ਼ਤਾਂ ਮੋੜਦੇ ਲੱਗ ਜਾਂਦੇ। ਠੀਕ ਹੈ ਉਹ ਜੇ ਮਤਲਬ ਲੜਕਾ ਲੜਕੀ ਦੋਨੇ ਕਮਾਉਂਦੇ ਨੇ ਤਾਂ ਉਹਨਾਂ ਦਾ ਸਿਰ ਮਤਲਬ ਛੇਤੀ ਹੌਲਾ ਹੋ ਜਾਂਦਾ ਹੈ, ਤੇ ਉਹ ਜ਼ਿੰਦਗੀ ਦੀ ਵਿਉਂਤਬੰਦੀ ਹੋਰ ਆਉਣ ਵਾਲੇ ਸਮੇਂ ਘਰ ਤੋਂ ਬਿਨਾਂ ਜਿਹੜਾ ਕੁਝ ਕਰਨਾ, ਉਹ ਚੰਗੇ ਬੱਚੇ ਨੂੰ ਪੜ੍ਹਾ ਲੈਂਦੇ ਆ, ਉਹਨਾਂ ਦੀ ਚੰਗੀ ਜ਼ਿੰਦਗੀ ਬਣਾਉਣ ਬਾਰੇ ਸੋਚਦੇ ਆ। ਸੋ ਇਹ ਗੱਲ ਹੈ ਵੀ ਐਸ ਹੈ ਜਿਹੜੀ, ਤਾਂ ਜਿਹੜਾ ਕੰਮ ਸਾਡੇ ਸਮਾਜ 'ਚ ਤੇ ਹੋ ਨਹੀਂ ਸਕਿਆ, ਉਹ ਐਸ ਦੇ ਨਿੱਕੇ ਜਿਹੇ ਕੋਰਸ ਨੇ ਜਿਹੜਾ 3-4 ਮਹੀਨਿਆਂ ਦਾ, ਤੇ ਉਹਨੇ ਕਰਦਾ ਤੇ ਇਹ ਕਰ ਦਿੱਤਾ। ਤਾਂ ਇਹਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਵੀ ਉਹ ਆਪਸੀ ਸਹਿਮਤੀ ਹੈ ਤੇ ਕੋਈ ਨਹੀਂ। ਕਿਉਂ ਸਰ ਸਮੇਂ-ਸਮੇਂ ਤੇ ਲਹਿਰਾਂ ਚੱਲੀਆਂ, ਜਿਵੇਂ ਤੁਸੀਂ ਜ਼ਿਕਰ ਕੀਤਾ, ਵਿਦਵਾਨ ਸੱਜਣਾ ਵੱਲੋਂ ਵੀ ਇਹ ਲਹਿਰਾਂ ਫੈਲਾਈਆਂ ਗਈਆਂ ਕਿ ਸਭ ਤੋਂ ਪਹਿਲਾਂ ਇਨਸਾਨ ਹੈ, ਜਾਤਵਾਦ ਦੇ ਵਿੱਚ ਹੈ। ਇਹ ਲਹਿਰਾਂ ਦਾ ਅਸਰ ਨਹੀਂ ਹੋਇਆ। ਇਹ ਆਈਲੈਟਸ ਇੱਕ ਕੋਰਸ ਜਿਹਨੂੰ ਆਪਾਂ ਕਹਿ ਰਹੇ ਹਾਂ ਵਿਦੇਸ਼ ਜਾਣ ਦੀ ਕੁੰਜੀ, ਇਹਨੇ ਇਹ ਜਾਤ-ਪਾਤ ਦੇ ਸੰਗਲ ਤੋੜੇ ਨੇ। ਸਮਾਜ ਦੇ ਪੱਖ ਤੋਂ ਜਿਹੜੇ ਸੱਜਣ ਹਾਲੇ ਵੀ ਨਹੀਂ, ਜਿਹੜੇ ਲੋਕ ਮਾਪਿਓ ਨਹੀਂ ਚਾਹੁੰਦੇ ਹਾਲੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹ ਤਾਂ ਚਲੋ ਕਹਿਣ ਨੂੰ ਤਾਂ ਇਹ ਹੈ ਵੀ ਜਿਹੜੇ ਮਾਪੇ ਆ ਉਹ ਆਰਥਿਕ ਸੈਕਿੰਡ ਦੇਖਣ। ਆਰਥਿਕ ਸੈਟਿੰਗ ਜੇ ਉਹਨਾਂ ਦੀ ਬਣਦੀ ਹੈ ਤਾਂ ਉਹ ਵਿਰੋਧ ਨਾ ਕਰਨ। ਹੁਣ ਜਿਵੇਂ ਕੋਈ ਮੁੰਡਾ ਕੰਮ ਤਾਂ ਕਰਦਾ ਨਹੀਂ, ਹੁਣ ਕੁੜੀ ਕਹੇ ਮੈਂ ਉਹਦਾ ਵਿਆਹ ਕਰਾਉਣਾ, ਤੇ ਕੁੜੀ ਜੇ ਕੰਮ ਕਰਦੀ ਹੈ ਤਾਂ ਮਾਪੇ ਦੇਖਦੇ ਨੇ। ਹੁਣ ਕੰਮ ਕੋਈ ਕਰਦੇ ਨਹੀਂ, ਵਿਆਹ ਹੋ ਜਾਂਦੇ, ਪਿੱਛੋਂ ਭੁੱਖੇ ਮਰਨ ਦਾ ਕੰਮ। ਮਾਪਿਆਂ ਨੂੰ ਇੰਨਾ ਕੁ ਦੇਖਣਾ ਚਾਹੀਦਾ, ਜਾਂ ਜੇ ਨੌਜਵਾਨ ਮੁੰਡੇ ਕੁੜੀਆਂ ਨੇ, ਵੀ ਘੱਟੋ ਘੱਟ ਉਹਦੇ ਮੈਚਿੰਗ ਬਣਦੀ ਹੋਵੇ, ਰੁਜ਼ਗਾਰ ਦਾ ਕੋਈ ਸਾਧਨ ਹੋਵੇ। ਜੇ ਕੋਈ ਇੱਧਰ ਵੀ ਜਾਤ ਪਾਤ ਨੂੰ ਤੋੜਨਾ ਚਾਹੁੰਦਾ ਤਾਂ ਉਹਨਾਂ ਨੂੰ ਰੁਜ਼ਗਾਰ ਤੇ ਪਹਿਲਾਂ ਸੈੱਟ ਹੋ ਕੇ
ਵੀ ਉਹ ਰੋਟੀ ਖਾ ਸਕਦੇ ਹੋਣ। ਜੇ ਪ੍ਰਾਈਵੇਟ ਜੌਬ ਹੈ ਤਾਂ ਪ੍ਰਾਈਵੇਟ ਤੌਰ ਤੇ ਦੋਨੇ ਕਮਾਉਂਦੇ ਹੋਣ, ਸਰਕਾਰੀ ਕਮਾਉਂਦੇ ਹੋਣ ਤਾਂ ਸਰਕਾਰ ਤੌਰ ਤੇ ਫਿਰ ਤਾਂ ਕੋਈ ਬੰਦਸ਼ ਹੀ ਨਹੀਂ ਹੋਣੀ ਚਾਹੀਦੀ। ਵੀ ਜੇ ਹੁਣ ਜਿਵੇਂ ਮੇਰਾ ਇੱਕ ਯਾਰ ਦੋਸਤ ਸੀ ਭੂਰਾ ਸਿੰਘ ਕਲੇਰ, ਤੇ ਉਹਦੀ ਲੜਕੀ ਬੜੀ ਸਿਆਣੀ ਸੀ, ਬੜੀ ਇੰਟੈਲੀਜੈਂਟ ਸੀ, ਤੇ ਉਹਦਾ ਮਤਲਬ ਵਿਆਹ ਹੋਇਆ ਤੇ ਅੰਤਰਜਾਤੀ ਵਿਆਹ ਸੀ। ਮੁੰਡਾ ਉਹ ਜ਼ਿਮੀਂਦਾਰ ਘਰਾਣੇ ਚੋਂ ਸੀ। ਉਹਨਾਂ ਦੀ ਬਹੁਤ ਸੋਹਣੀ ਲੜਕੀ ਦੀ ਬਣਦੇ ਆ, ਕੋਈ ਸਿਰ ਕਿਸਮ ਦੀ ਹੈ ਨਹੀਂ। ਤਾਂ ਮੇਰਾ ਇੱਕ ਹੋਰ ਯਾਰ ਮਿੱਤਰ ਸੀ, ਮੇਰਾ ਸਬਕਾਲੀ ਹੋਈ ਸੀ, ਮੈਂ ਤਾਂ ਛੋਟਾ ਸੀ ਉਮਰ ਦੇ ਵਿੱਚ, ਕਿ ਉਹਦਾ ਹੀ ਵਿਆਹ ਅੰਤਰਜਾਤੀ ਤੌਰ ਤੇ ਹੋਇਆ। ਦੋਨੇ ਮੁਲਾਜ਼ਮ ਹੈ, ਆਪ ਤਾਂ ਕਲਾਸ 1 ਅਫੀਸਰ ਹੈ। ਉਹ ਸਾਹ ਦੇ ਵਿੱਚ ਸਾਹ ਲੈਂਦੇ ਨੇ। ਸਾਡੇ ਇੱਧਰ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਐਂ ਗੱਲ ਜਾਂ ਕੱਲੀ ਜਾਤੀ ਪਾਤ ਨਾ ਦੇਖੋ, ਉਹਦੀ ਮੈਚਿੰਗ ਤੇ ਜੋੜ ਦੀ ਗੱਲ ਹੈ ਵੀ ਜੋੜ ਦੇਖੋ, ਜੋੜ ਬਣਦਾ ਹੈ। ਤੇ ਸਮਾਜ ਨੇ ਕੁਝ ਨਹੀਂ ਕਹਿਣਾ ਹੁੰਦਾ। ਸਮਾਜ ਤੋਂ ਤਾਂ ਆਪਦਾ ਕੰਮ ਵੀ ਆਪਦੇ ਪਰਿਵਾਰ ਨਹੀਂ ਤੁਰਦੇ, ਤੇ ਆਪਦੇ ਨੇ ਫਿਕਰ ਹੈ ਉਹੀ ਉਹਨਾਂ ਨੂੰ ਸੌਣ ਨਹੀਂ ਦਿੰਦੇ, ਤੇ ਹੋਰ ਦਾ ਫਿਕਰ ਉਹ ਕੀ ਕਰਨਗੇ। ਜਾਂ ਸਮਾਜ ਦੇ ਵਿੱਚ ਮਤਲਬ ਆਪਾਂ ਇਹ ਕਹੇ ਲੋਕ ਕੀ ਕਹਿਣਗੇ, ਲੋਕਾਂ ਨੇ ਤਾਂ ਕਹਿਣਾ ਹੁੰਦਾ, ਕੁਝ ਸਮਾਂ ਕਹਿ ਕੇ ਆਪੇ ਹਟ ਜਾਂਦੇ। ਕਿਉਂ ਸਰ ਆਪਾਂ ਆਈਲੈਟਸ ਨੂੰ ਜਾਤ ਪਾਤ ਦੇ ਸੰਗਲ ਤੋੜਨ ਲਈ ਵੜਿਆ ਰਹੇ ਹਾਂ ਵੀ ਉਹਨੇ ਜਾਤ ਪਾਤ ਦੇ ਸੰਗਲ ਜਿਹੜੇ ਤੋੜੇ ਨੇ। ਦੂਸਰਾ ਪੱਖ ਇਹ ਹੈ, ਪਿਛਲੇ ਸਮੇਂ ਦੌਰਾਨ ਘਟਨਾਵਾਂ ਆਪਣੇ ਸਾਹਮਣੇ ਵੀ ਆਈਆਂ ਕਿ ਜਾਤ ਪਾਤ ਨੇ, ਜੇ ਆਈਲੈਟਸ ਨੇ ਜਾਤ ਪਾਤ ਦੇ ਸੰਗਲ ਤੋੜੇ ਨੇ ਤਾਂ ਬਹੁਤ ਕੁਝ ਆਈਲੈਟਸ ਦੇ ਹੇਠ ਲੁਕਿਆ ਹੋਇਆ ਸਵਾਰਥ ਜਿਹਨੂੰ ਆਪਾਂ ਗੱਲ ਕਰਦੇ ਹਾਂ, ਉਹ ਵਿਆਹ ਕਰਕੇ ਉਧਰ ਰਿਸ਼ਤਿਆਂ ਦੇ ਘਾਣ ਹੋਏ ਨੇ, ਉਧਰ ਜਾ ਕੇ ਕੁੜੀਆਂ ਛੱਡ ਦਿੰਦੀਆਂ ਨੇ ਜਾਂ ਮੁੰਡੇ ਛੱਡ ਦਿੰਦੇ ਨੇ ਏਦਾਂ। ਤੇ ਇਹਦੇ ਬਾਰੇ ਕੀ ਦੇਖੋ, ਜਿਹੜੀ ਵਾਅਦਾ ਖਿਲਾਫੀ ਹੈ, ਮੈਂ ਤਾਂ ਮਨੁੱਖ ਦੇ ਵਿੱਚ ਇਹਨੂੰ ਮਤਲਬ ਬਹੁਤ ਵੱਡਾ ਔਗਣ ਮੰਨਦਾ। ਠੀਕ ਹੈ ਜੀ। ਜੇ ਲੜਕਾ ਲੜਕੀ ਹੈ ਉਹਨਾਂ ਨੂੰ ਪਹਿਲਾਂ ਕਹਿ ਦੇਣਾ ਚਾਹੀਦਾ ਵੀ ਇਹ ਮੈਥੋਂ ਕੰਮ ਹੋਣਾ ਨਹੀਂ। ਠੀਕ ਹੈ। ਮਾਪਿਆਂ ਦੇ ਪ੍ਰਭਾਵ ਦੇ ਥੱਲੇ ਉਹਨਾਂ ਨੂੰ ਇਹ ਗੱਲ ਮਤਲਬ ਜਿਹੜੀ ਪ੍ਰਵਾਨ ਨਹੀਂ ਕਰਨੀ ਚਾਹੀਦੀ, ਉਹ ਪਹਿਲਾਂ ਕਹਿ ਦੇਣਾ। ਠੀਕ ਹੈ। ਉਹਦੇ ਵਿੱਚ ਮਨੁੱਖ ਦਾ ਸਪਸ਼ਟ ਹੋਣਾ ਉਹ ਬਹੁਤ ਵੱਡੀ ਗੱਲ ਹੈ। ਮੈਂ ਕੁੜੀ ਮੁੰਡਿਆਂ ਨੂੰ ਇਹ ਕਹੂੰਗਾ ਵੀ ਜੇ ਮੁੰਡਾ ਪਸੰਦ ਨਹੀਂ ਜਾਂ ਕੁੜੀ ਪਸੰਦ ਨਹੀਂ, ਉਹਨਾਂ ਨੂੰ ਮੰਨ ਲਓ ਵੀ ਕੁੜੀ ਤੇ ਪੈਸੇ ਮੁੰਡੇ ਵਾਲੇ ਲਾਤੇ 20-25 ਲੱਖ। ਹਾਂਜੀ। ਸਾਡੇ ਪੰਜਾਬ ਦੇ ਮੁਤਾਬਕ ਇਹ ਬਹੁਤ ਵੱਡੀ ਰਕਮ ਹੈ। ਫਿਰ ਉਧਰ ਜਾ ਕੇ ਮੁਕਰਨਾ ਤੇ ਫਿਰ ਇੱਧਰ ਕਿਸੇ ਨੇ ਮਤਲਬ ਖੁਦਕੁਸ਼ੀ ਕਰ ਜਾਣੀ ਮੁੰਡੇ ਨੇ, ਜਾਂ ਕੁੜੀ ਨੂੰ ਨਹੀਂ ਬੁਲਾਉਂਦਾ ਕੋਈ ਤਾਂ ਉਹ ਖੁਦਕੁਸ਼ੀ ਹੈ। ਫਿਰ ਸੋਹਣੀਆਂ ਕੁੜੀਆਂ ਫਿਰ ਟੱਕਰ ਜਾਂਦੀਆਂ ਨੇ। ਹੁਣ ਤਾਂ ਫੋਟੋ ਪਾਉਂਦੇ ਆ ਬੰਦੇ 2 ਮਿੰਟ ਜਾ ਵੜਦੀ ਹੈ। ਪਰ ਪੁਰਾਣੇ ਸਮੇਂ ਦਾ ਇਹ ਸੀ ਵੀ ਦੇਖਣ ਦਾ ਹੀ ਮਜ਼ਾ ਹੁੰਦੀ ਜਿਹੜੀ ਹੈ। ਤੇ ਪਰ ਜਿਹੜੀ ਹੈਗੀ ਵੀ ਵਾਅਦਾ ਖਿਲਾਫੀ ਨਹੀਂ ਹੋਣੀ ਚਾਹੀਦੀ, ਤੇ ਵਾਅਦਾ ਖਿਲਾਫੀ ਕਰਨ ਵਾਲੇ ਬੰਦੇ ਹੁੰਦੇ ਆ ਉਹਨਾਂ ਦੇ ਜੀਵਨ ਸੈੱਟ ਕਿਸੇ ਨਾਲ ਵੀ ਰਹਿੰਦੇ। ਇਹ ਸੁਭਾਅ ਹੈ ਧੋਖੇ ਦਾ। ਧੋਖਾ ਦੇ ਮਨੁੱਖ ਦੇ ਜੀਵਨ 'ਚ ਨਹੀਂ ਹੋਣੀ ਚਾਹੀਦੀ, ਸਾਫ਼ ਹੋਣਾ ਚਾਹੀਦਾ। ਤੇ ਉਂਝ ਪਰ ਇੱਕ ਬਲਦੇਵ ਸਿੰਘ ਦਾ ਨਾਮ ਲਾਇਆ ਬਲਦੇ ਦਰਿਆ, ਪਿਛਲੇ ਦਿਨਾਂ ਦੇ ਵਿੱਚ ਹੀ ਉਹਦਾ ਮੈਂ ਅਖਬਾਰ 'ਚ ਲਿਖਿਆ ਵੀ, ਤਾਂ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਵੀ ਇੱਕ ਡਰਾਈਵਰ ਹੈ, ਦਲਿਤ ਸਮਾਜ ਨਾਲ ਸੰਬੰਧ ਰੱਖਦਾ, ਤੇ ਉਹਦੀ ਕੁੜੀ ਦੇ 7 ਬੈਂਡ ਆਏ। ਠੀਕ ਹੈ। ਤੇ ਕੋਈ ਟੀਚਰ ਹੈ, ਤੇ ਉਹਦਾ ਮੁੰਡਾ ਬਾਹਰ ਜਾਣਾ ਚਾਹੁੰਦਾ, ਉਹ ਨਸ਼ਾ ਵੀ ਕਰਦਾ, ਪਰ ਉਹ ਨਸ਼ਾ ਛੱਡਦਾ ਵੀ ਹੈ ਵੀ ਮੈਨੂੰ ਕਿਸੇ ਕੁੜੀ ਨੇ ਪਸੰਦ ਨਹੀਂ ਕਰਨਾ। ਹੋਰ ਉਹ ਕੁਝ ਪੈਸੇ ਲਾ ਕੇ ਉਹਨੂੰ ਬਾਹਰ ਤੋਰਦੇ ਆ। ਇਹ ਵੱਖਰੀ ਗੱਲ ਹੈ। ਜਿਹੜੀ ਦਲਿਤ ਕੁੜੀ ਹੈ ਉਹਦੀ ਵੀ ਇਧਰ ਮੁਹੱਬਤ ਹੈ, ਤੇ ਜਿਹੜਾ ਮੁੰਡਾ ਹੈ ਉਹਦੀ ਵੀ ਆਪਦੀ ਜਾਤੀ ਦੇ ਮਤਲਬ ਜਾਤੀ ਦੇ ਵਿੱਚ ਕੁੜੀ ਨਾਲ ਮੁਹੱਬਤ ਹੈ। ਉਹ ਮਤਲਬ ਪਹਿਲਾਂ ਕੁੜੀ ਵੀ ਇਹੀ ਕਹਿੰਦੀ ਹੈ ਜਿਹਦਾ ਪਿਆਰ ਕਰਦੇ ਆ ਜਾਤੀ ਦੇ ਮੁੰਡਾ ਦਲਿਤ ਕੁੜੀ ਆ, ਤੇ ਉਹਨੂੰ ਕਹਿ ਦੇਣਗੇ ਵੀ ਅਸੀਂ ਜਦੋਂ ਮੈਂ ਹੁਣ ਜਾ ਰਹੀ ਹਾਂ ਮੈਂ ਉਹਨੂੰ ਬੁਲਾਉਂਗੀ, ਤੇ ਬੁਲਾ ਕੇ ਅਸੀਂ ਆਪਸੀ ਸਹਿਮਤੀ ਰਾਹੀਂ ਅਸੀਂ ਉਹ ਤਲਾਕ ਲੈ ਲਾਂਗੇ ਵੀ ਤੂੰ ਫਿਰ ਆ ਜੀ। ਠੀਕ ਹੈ। ਤੇ ਮੈਂ ਪਿਆਰ ਤੋਂ ਤਾਂ ਭਾਈ ਹਾਂ ਜੀ ਵੀ ਆਪਸੀ ਸਹਿਮਤੀ ਨਾਲ ਗੱਲਾਂ ਬਾਤਾਂ ਇਦਾਂ ਨਹੀਂ ਹੁੰਦੀਆਂ ਨਾ, ਤਾਂ ਇਹਦੇ ਵਿੱਚ ਮਤਲਬ ਨੁਕਸਾਨ ਨਹੀਂ ਕਿਸੇ ਦਾ। ਤੁਹਾਨੂੰ ਸਰ ਰਿਸ਼ਤਾ ਪਿਆਰ ਜੇ ਆਪਾਂ ਗੱਲ ਕਰੀਏ ਇੱਕ ਬਹੁਤ ਵੱਡੀ ਰਸਮ ਹੈ ਜੀਵਨ ਦੀ, ਇਹਦੇ ਬਿਨਾਂ ਜੀਵਨ ਅਧੂਰਾ। ਇਸ ਤਰੀਕੇ ਦੇ ਇਸ ਪਵਿੱਤਰ ਰਸਮ ਦੇ ਨੀਚੇ ਵੀ ਸਵਾਰਥ ਆ ਗਿਆ, ਇਹਨੂੰ ਕਿਵੇਂ ਦੇਖਦੇ? ਜਿਵੇਂ ਸਾਡੇ ਕੋਲ ਆਪਾਂ ਸਵਾਰਥ ਆ ਜਿਹੜੀ ਗੱਲ ਕਰਦੇ ਆ, ਸਵਾਰਥ ਤਾਂ ਜੇ ਕੋਈ ਠੱਗੀ ਮਾਰੀ ਜਾਵੇ, ਧੋਖਾ ਕੀਤਾ ਜਾਵੇ ਉਹ ਹੈ ਸਵਾਰਥ। ਆਪਾਂ ਨੂੰ ਸਵਾਰਥ ਨਹੀਂ ਕਹਿ ਸਕਦੇ। ਹੁਣ ਜਦੋਂ ਮਨੁੱਖ ਜਿਹੜਾ ਪੰਜਾਬ ਹੈ, ਇਹ ਪੰਜਾਬ ਦੀ ਜਿਹੜੀ ਮਤਲਬ ਅਰਥ ਵਿਵਸਥਾ ਹੈ ਜਾਂ ਪ੍ਰਸ਼ਾਸਨਿਕ ਪ੍ਰਬੰਧ ਹੈ, ਉਹ ਵੀ ਜ਼ਿੰਮੇਵਾਰ ਹੈ। ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਹੈ ਉਹ +2 ਕਰਦੇ ਹੈ ਕਿ ਜਾਂ ਮਤਲਬ BA ਕਰਦੇ ਨੇ, ਫਿਰ ਉਹ ਨੌਕਰੀਆਂ ਲਈ ਮਤਲਬ ਨੌਕਰੀਆਂ ਹੈ ਨਹੀਂ। ਆਖਰ ਦਾ ਮਤਲਬ ਵੀ ਬੇਰੁਜ਼ਗਾਰ ਤਾਂ ਸਾਲ ਭਰ 'ਚ ਹਜ਼ਾਰਾਂ ਦੀ ਗਿਣਤੀ 'ਚ ਪੈਦਾ ਹੋ ਰਿਹਾ, ਤੇ ਨੌਕਰੀਆਂ ਜਿਹੜੀਆਂ 100 'ਚ ਨੇ। ਹੁਣ ਜਦੋਂ ਇਹ ਮਜਬੂਰੀਆਂ ਹੋਣ
ਹੁਣ ਦੇਖੋ ਸੌਖਾਦਾਰ ਮਨੁੱਖ ਜਿਉਣਾ ਚਾਹੁੰਦਾ ਹਰੇਕ ਆਦਮੀ, ਤੇ ਉਹ ਪ੍ਰਾਈਵੇਟ ਨੌਕਰੀਆਂ ਭਾਵੇਂ ਮਜ਼ਦੂਰੀ 'ਚ ਬੱਚੇ ਕਰਦੇ ਨੇ, ਪਰ ਉਹਨਾਂ ਦੀ ਮਨ ਦੀ ਇੱਛਾ ਇਹ ਹੁੰਦੀ ਹੈ ਵੀ ਸਾਡੇ ਜੀਵਨ ਦਾ ਪੱਕਾ ਪ੍ਰਬੰਧ ਕੀ ਹੈ। ਪੱਕੇ ਪ੍ਰਬੰਧ ਦੇ ਜਿਹੜੇ ਵਿਦੇਸ਼ ਨੇ, ਉਹ ਵਿਦੇਸ਼ ਬੰਦੇ ਦੇ ਜਿਹਨ ਦੇ ਵਿੱਚ ਆ ਜਾਂਦੇ ਨੇ ਵੀ ਕੈਨੇਡਾ ਦੇ ਵਿੱਚ ਜਿਹੜਾ ਮੁੱਲ ਪੈਂਦਾ ਮਿਹਨਤ ਦਾ, ਤੇ ਖਾਸ ਤੌਰ ਤੇ ਜਿਹੜਾ ਮਤਲਬ ਆਸਟ੍ਰੇਲੀਆ 'ਚ ਹੈ ਵੀ ਉੱਥੇ ਡਾਲਰਾਂ 'ਚ ਪੈਸੇ ਮਿਲਦੇ ਨੇ। ਹੁਣ ਮੇਰੇ 2 ਯਾਰ ਦੋਸਤ ਹੈ, ਅਮਰਾ ਸਿੰਘ ਵਾਲਾ ਪਿੰਡ ਹੈ, ਉਹ +2 ਤੋਂ ਬਾਅਦ ਉਹ ਦੋਨੇ ਬੱਚੇ ਮੇਰੇ ਮਿੱਤਰਾਂ ਦੇ ਮੁੰਡੇ ਉੱਥੇ ਗਏ ਨੇ। ਉਹਨਾਂ ਨੇ ਮਤਲਬ ਲਿਮਟਾਂ ਬਣਾ ਕੇ ਬੈਂਕ ਦੀਆਂ 20-22 ਲੱਖ ਰੁਪਇਆ ਉਹ ਦੋਨੇ ਮੁੰਡੇ ਭੇਜੇ ਨੇ, ਤੇ ਉਹ ਚਲੇ ਗਏ। ਉਹਨਾਂ ਨੂੰ 2 ਮਹੀਨੇ ਹੋਏ ਨਹੀਂ, ਤੇ ਉਹ ਜਿੱਥੇ ਮਤਲਬ ਉੱਥੇ ਜਿਹੜੇ ਕਾਲਜ 'ਚ ਉਹਨੇ ਪੜ੍ਹਨਾ ਸੀਗਾ ਉਹਦੇ ਵਿੱਚ ਵੀ ਉਹਨਾਂ ਦਾ ਫਰਕ ਰਹਿ ਗਿਆ ਵੀ ਕੁਝ ਸਮਾਂ ਪਹਿਲਾਂ ਚਲੇ ਗਏ ਉਹ 2-3 ਮਹੀਨੇ, ਸਤੰਬਰ ਦੀ ਕਲਾਸ ਹੋਣਗੀਆਂ। ਤੇ ਹੁਣ ਉਹ ਬੱਚੇ ਇੰਨੇ ਮਿਹਨਤੀ ਨੇ ਵੀ ਇੱਕ ਬੱਚੇ ਨੇ ਤਾਂ ਜਾ ਕੇ $500 ਮਤਲਬ ਉਹਦਾ ਲੱਗਦਾ ਰੋਟੀ ਪਾਣੀ ਦਾ $500 ਕਿਰਾਏ ਦਾ, ਇਕੱਠੇ ਹੋ ਕੇ ਮੁੰਡੇ ਰਹਿੰਦੇ ਨੇ। ਤੇ ਇੱਕ ਨੇ ਤਾਂ 2 ਲੱਖ ਰੁਪਇਆ ਭੇਜ ਵੀ ਦਿੱਤਾ ਉਹਦੇ ਬਾਪ ਨੂੰ। ਅੱਛਾ। ਹਾਂ, ਉਹਨੂੰ ਕਿਹਾ ਵੀ ਇਹ ਮੇਰੇ ਲਿਮਟ ਦੇ ਡੈਡੀ ਲਿਮਟ ਦੇ ਵਿੱਚ ਭਰ ਦੇ, ਤੇ ਕੁਛ ਆਪਣੇ ਗੇਟ ਲੱਗਿਆ ਹੈ ਨਹੀਂ ਵੀ ਉਹ ਗੇਟ ਲਵਾ ਲੈ, ਵੀ ਆਪਣੀ ਕੋਠੀ ਪਾਈ ਨੂੰ ਸਮਾਂ ਹੋ ਗਿਆ, ਬੁਰਾ ਲੱਗਦਾ। ਉੱਥੇ ਜਾ ਕੇ ਉਹ ਬੱਚੇ ਜਿਹੜੇ ਭਿੱਖ ਮਤਲਬ ਇੱਧਰ ਕੀ ਕਰਦੇ ਹੋ, ਹਾਂ ਜੇ ਕਿਸੇ ਬਾਲ ਚ ਡਿਊਟੀ ਵੀ ਦਿੰਦੇ ਤਾਂ 10,000 ਤੋਂ ਵੱਧ ਨਹੀਂ ਸੋਣਾ। ਹੁਣ 2 ਲੱਖ ਰੁਪਇਆ, ਤੇ 2 ਲੱਖ ਤੋਂ ਬਿਨਾਂ ਉਹਦੇ ਕੋਲੇ 1.5-2 ਲੱਖ ਰੁਪਇਆ ਉਹਦੇ ਕੋਲੇ ਪਿਆ ਹਜੇ ਹੋਰ, ਠੀਕ ਹੈ, ਜਿੱਥੇ ਮੁੱਲ ਪੈਦਾ ਹੋਵੇ। ਫਿਰ ਜਾ ਕੇ ਜਿਹੜੀ ਹੈਗੀ ਇਹ ਪੈਦਾ ਜਿਹੜੀ ਇਹ ਲੋੜ ਪਈ, ਲੋੜ ਤਾਂ ਬੇਰੁਜ਼ਗਾਰੀ ਦੇ ਵਿੱਚੋਂ ਨਾ। ਹੁਣ ਮਨੁੱਖ ਨੇ ਆਪਦੇ ਭਿੱਖ ਬਾਰੇ ਚਿੰਤਤ ਤਾਂ ਹੋਣਾ ਹੀ ਹੈ, ਤੇ ਚਿੰਤਾ ਦੇ ਵਿੱਚੋਂ ਜਿੱਥੇ ਰੁਜ਼ਗਾਰ ਮਿਲਦਾ ਤਾਂ ਉੱਥੇ ਹੱਲ ਵੀ ਲੱਭਣਾ। ਹੁਣ ਜਿਹੜੇ ਪੰਛੀ ਨੇ ਜੇ ਕਿਸੇ ਦਰਖਤ ਤੇ ਆਲ੍ਹਣਾ ਪਾਉਂਦੇ ਨੇ ਤਾਂ ਪਹਿਲਾਂ ਉਹ ਸੋਚਦੇ ਨੇ ਵੀ ਇੱਥੇ ਮਨੁੱਖੀ ਵਸੋਂ ਹੈਗੀ, ਤੇ ਕੀ ਇੱਥੇ ਪਾਣੀ ਹੈਗਾ ਜਾਂ ਪਿੰਡ ਛੱਪੜ ਹੈਗਾ, ਲੋੜਾਂ ਪਹਿਲਾਂ ਦੇਖਦੇ ਆ ਉਹ। ਤੇ ਦਰਖਤ ਹੈਗੇ ਨੇ ਇੱਥੇ ਜਿੱਥੇ ਆਲ੍ਹਣਾ ਪਾਉਣਾ, ਤੇ ਇਕੱਲੇ ਝੁੰਡ ਹੋਵੇ ਦਰਖਤਾਂ ਦਾ ਵੀ ਆਲ੍ਹਣਾ ਉੱਡੇ ਨਾ। ਮਨੁੱਖ ਦੀ ਪ੍ਰਵਿਰਤੀ ਜਿਹੜੀ ਮਨੁੱਖ ਦਾ ਵਿਕਾਸ ਵੀ ਪਸ਼ੂ ਪੰਛੀਆਂ ਦੇ ਰਾਹੀਂ ਹੌਲੀ ਹੌਲੀ ਹੋਇਆ, ਘੱਟ ਕੋਈ ਗੱਲ ਹੈ। ਤੇ ਮਨੁੱਖ ਹਮੇਸ਼ਾ ਸੌਖਾ ਜਾਣਾ ਚਾਹੁੰਦਾ ਹੈ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਕੋਈ ਮਤਲਬ ਨਹੀਂ ਆਪਾਂ ਕਹਿ ਸਕਦੇ। ਜਿਹੜੇ ਮਾਪੇ ਹੈ, ਮਾਪਿਆਂ ਨੂੰ ਬੱਚੇ ਦੀ ਖੁਸ਼ੀ ਦੇਖਣੀ ਚਾਹੀਦੀ ਹੈ ਵੀ ਜੇ ਉਹ ਇਹ ਕਹਿੰਦੇ ਵੀ ਮੁੰਡੇ ਕੋਲੇ ਜ਼ਮੀਨ ਨਹੀਂ ਹੈ, ਸਾਡੇ ਕੋਲ 10 ਕਿੱਲੇ ਜ਼ਮੀਨ ਹੈ, ਵੀ 10 ਕਿੱਲੇ ਜ਼ਮੀਨ ਦਾ ਜਿਹੜਾ ਮਤਲਬ ਇੱਧਰਲਾ ਕੰਸੈਪਟ ਸੀ, ਕਿਉਂਕਿ ਉਹਨਾਂ ਨੇ ਫਿਰ ਰਿਸ਼ਤੇਦਾਰਾਂ ਨੇ ਆਉਣਾ, ਮਤਲਬ ਮੁੰਡੇ ਕੁੜੀ ਦਾ ਵਿਆਹ ਕੇ ਪ੍ਰਾਹੁਣੇ ਨੇ ਆਉਣਾ। ਜੇ ਬੇਜ਼ਮੀਨ ਹੈ ਗੱਲ ਦਾ ਪਤਾ ਲੱਗ ਜਾਂਦਾ ਸੀ, ਪਰ ਹੁਣ ਸਦਾਚਾਰਕ ਕੋਈ ਦਬਾਅ ਨਹੀਂ ਹੋਣਾ ਚਾਹੀਦਾ। ਠੀਕ ਹੈ, ਉੱਥੇ ਤਾਂ ਘਰ ਦੀ ਲੋੜ ਹੈ, ਘਰ ਉਹ ਪਾ ਲੈਣਗੇ। ਠੀਕ ਹੈ, ਬੱਚੇ ਨੂੰ ਪੜ੍ਹਾ ਲੈਣਗੇ, ਪੜ੍ਹਾਈਆਂ ਉੱਥੇ ਮੁਫਤ ਨੇ ਸਾਰੀਆਂ। ਤਾਂ ਇਹ ਗੱਲ ਸਾਨੂੰ ਥੋੜਾ ਜਿਹਾ ਮਤਲਬ ਸੋਚ ਉੱਚੀ ਰੱਖ ਕੇ ਜਾਤੀਵਾਦ ਦੇ ਗੁਰੂ ਸਾਹਿਬਾਨ ਵੀ ਜਾਤਵਾਦ ਦੇ ਉਲਟ ਸੀਗੇ। ਹਾਂ, ਹੁਣ 9ਵੀਂ ਪਾਤਸ਼ਾਹੀ ਦੀ ਗੱਲ ਕੀਤੀ ਆਪਾਂ, ਜਦੋਂ ਗੁਰੂ ਸਾਹਿਬਾਨ ਨੇ ਆਪ ਇਸ ਗੱਲ ਨੂੰ ਵਡਿਆਇਆ, ਇਹ ਕਿਹਾ ਵੀ ਮਨੁੱਖੀ ਭਾਵਨਾ ਦੀ ਕਦਰ ਹੋਣੀ ਚਾਹੀਦੀ ਹੈ, ਸਾਨੂੰ ਉਹਦੇ ਮਗਰ ਲੱਗਣਾ ਚਾਹੀਦਾ। ਪਰ ਮੈਂ ਇੰਨਾ ਕੁ ਜ਼ਰੂਰ ਚਾਹੀਦਾ ਜਿਹੜੇ ਬੱਚੇ ਜਿੱਦ ਕਰਦੇ ਨੇ ਉਹ ਦੇਖਣ ਵੀ ਕਿ ਲੜਕੀ ਦੇਖੇ ਵੀ ਉਹਦੇ ਮਤਲਬ ਜਿਹੜਾ ਆਪਦਾ ਜੀਵਨ ਦਾ ਸਭ ਕੁਝ ਇਹਨੂੰ ਮੰਨ ਰਹੀ ਹੈ ਵੀ ਕੀ ਉਹ ਰੋਟੀ ਖਵਾ ਕੇ ਉਹਨੂੰ ਖਵਾ ਸਕਦਾ, ਜੀਵਨ ਪ੍ਰਤੀ ਕਿੰਨਾ ਇਹ ਗੱਲਾਂ ਸਿੱਖਣੀਆਂ ਚਾਹੀਦੀਆਂ ਨੇ। ਸਮੇਂ ਨਾਲ ਵੈਸੇ ਹੌਲੀ ਹੌਲੀ ਬਦਲਿਆ ਹੈ ਸਾਰਾ ਕੁਝ, ਇਹ ਤਬਦੀਲੀ ਵੀ ਸਮਾਜ ਦੇ ਵਿੱਚ ਆਈ ਹੈ। ਅੱਗੇ ਤਾਂ ਇਹ ਗੱਲ ਸੀ ਵੀ ਪਹਿਲਾਂ ਤਾਂ ਜੇ ਕੋਈ ਦਲਿਤ ਭਾਈਚਾਰੇ ਚੋਂ ਜਾਂ ਬਾਲਮੀਕਿਆਂ ਦੇ ਵਿੱਚੋਂ ਜੇ ਯਾਰ ਦੋਸਤ ਸਕੂਲ ਚ ਪੜ੍ਹਦੇ ਹੁੰਦੇ, ਉਹ ਇੱਕ ਦੂਜੇ ਘਰਾਂ ਦੇ ਵਿੱਚ ਵੀ ਉਹਨਾਂ ਦਾ ਜਾਣਾ ਮਤਲਬ ਮਨਾਹੀ ਸੀ। ਜਿਹੜਾ ਡਾਕਟਰ ਅੰਬੇਦਕਰ ਸਾਡੇ ਸਾਹਮਣੇ ਪੈਦਾ ਹੋਇਆ ਤਾਂ ਉਹਨਾਂ ਦੀ ਜੀਵਨ ਦੀ ਘਟਨਾ ਇਹ ਸੀ ਕਿ ਬਹੁਤ ਇੰਟੈਲੀਜੈਂਟ ਸੀ ਅੰਬੇਦਕਰ ਸਾਹਿਬ, ਤਾਂ ਉਹਨਾਂ ਨੂੰ ਉਹਦੇ ਯਾਦਵ ਦਾ ਵਿਆਹ ਹੋਇਆ, ਉਹ ਮਤਲਬ ਜਿਹੜੀ ਸਵਰ ਜਾਤੀ ਵਿੱਚੋਂ ਸੀ, ਤਾਂ ਉਹਨੇ ਉਹਨੂੰ ਬਰਾਤ ਜਾਣ ਵਾਸਤੇ ਕਹਿਤਾ ਅੰਬੇਦਕਰ ਸਾਹਿਬ। ਠੀਕ ਹੈ, ਤੇ ਉਹਦਾ ਬਾਪ ਕਹਿੰਦਾ ਵੀ ਉਹ ਬਰਾਤ ਨਹੀਂ ਜਾ ਸਕਦਾ। ਠੀਕ ਹੈ, ਇਹ ਗੱਲਾਂ ਆਪੇ ਸੈੱਟ ਹੋ ਗਈਆਂ। ਹੁਣ ਤਾਂ ਯਾਰ ਦੋਸਤ ਹੈਗੇ, ਕੋਈ ਦਲਿਤ ਨਹੀਂ ਦੇਖਦਾ, ਕੋਈ ਬਾਲਮੀਕੀ ਸਮਾਜ ਚੋਂ ਦੇਖਦਾ, ਜਾਂ ਕੋਈ ਇਹ ਦੇਖਦਾ ਕਿ ਮੈਂ ਜ਼ਿਮੀਂਦਾਰ ਹਾਂ ਜਾਂ ਮੈਂ BC ਹਾਂ ਜਾਂ ਹੋਰ। ਇਹ ਗੱਲਾਂ ਦੀਆਂ ਦੋਸਤੀਆਂ ਇਸ ਆਧਾਰ ਤੇ ਆਰਥਿਕ ਆਧਾਰ ਤੇ ਬਣ ਗਈਆਂ। ਸਾਹਿਬ, ਤੁਸੀਂ 31 ਕਿਤਾਬਾਂ ਸਮਾਜ ਨੂੰ ਦਿੱਤੀਆਂ, ਉਹਦੇ ਵਿੱਚ ਸਮਾਜ ਦੇ ਦੁੱਖ ਦਰਦ ਪੇਸ਼ ਕੀਤੇ ਨੇ। ਲੰਮਾ ਸਮਾਂ ਤੁਸੀਂ ਪੱਤਰਕਾਰਤਾ ਦੇ ਰਾਹੀਂ ਸਮਾਜ ਨੂੰ ਸਮਝਿਆ। ਅੰਤਿਮ ਸਵਾਲ ਇਹੀ ਕਿ ਜਿਹੜਾ ਹੁਣ ਦਾ ਪੰਜਾਬ ਹੈ, ਜਿਹੜੇ ਅਜੋਕੀ ਸਥਿਤੀ ਹੈ, ਇਹ ਇੰਨੀ ਬੁਰੀ ਹੈ ਜਾਂ ਇੰਨੀ ਤੰਗ ਹੈ ਕਿ ਬੱਚਿਆਂ ਨੂੰ ਪੰਜਾਬ ਤੋਂ ਨਿਕਲ ਜਾਣਾ ਚਾਹੀਦਾ ਹੈ, ਜਾਂ ਇਹ ਮਤਲਬ ਇੰਨਾ ਆਲਾ ਦੁਆਲਾ ਸਾਡਾ ਪ੍ਰਭਾਵਿਤ ਕਰ ਰਿਹਾ ਸਮਾਜ ਨੂੰ ਕਿ ਇੱਥੇ
ਜੀਵਨ ਸਾਰਥਕ ਨਹੀਂ ਜੀਆ ਜਾ ਸਕਦਾ? ਦੇਖੋ, ਸਾਰਥਕ ਜੀਵਨ ਤਾਂ ਜਿਹੜੇ ਇੰਟੈਲੀਜੈਂਟ ਦੇ ਬੱਚੇ ਹਾਂਜੀ, ਉਹ ਇੱਥੇ ਵੀ ਜਿਉ ਸਕਦੇ ਠੀਕ ਹੈ, ਨੇ, ਇੱਥੇ ਉਹ ਜਿਉ ਸਕਦੇ ਨੇ। ਠੀਕ ਹੈ, ਹੁਣ ਮੇਰਾ ਬਰਨਾਲੇ ਭਾਣਜਾ ਇੱਕ ਦਰਸ਼ਨ ਸਿੰਘ, ਠੀਕ ਹੈ, ਤੇ ਉਹਦਾ ਮੁੰਡਾ ਸ਼ਪਾਲ ਸਿੰਘ, ਇਕੱਠੇ ਦੁਕਾਨਦਾਰੀ ਕਰਦੇ ਆ। ਠੀਕ ਹੈ, ਉਹ ਚਲੋ ਆਪਦਾ ਰੁਜ਼ਗਾਰ ਕਰਦੇ ਆ, ਰੋਟੀ ਖਾਂਦੇ ਆ। ਉਹਨਾਂ ਨੇ ਵੱਡੀ ਲੜਕੀ ਦੀ ਸ਼ਾਦੀ ਕੀਤੀ, ਉਹ ਕੈਨੇਡਾ 'ਚ ਭੇਜੀ। ਛੋਟੀ ਜਿਹੜੀ ਲੜਕੀ ਹੈ ਉਹ ਕੈਨੇਡਾ ਜਾਣਾ ਪਸੰਦ ਨਹੀਂ ਸੀ ਕਰਦੀ, ਤੇ ਉਹਨੂੰ ਜਦੋਂ ਪਤਾ ਲੱਗਿਆ ਵੀ ਉੱਥੇ ਬਾਹਰਲੇ ਬੱਚੇ ਸਰਚ ਕਰਕੇ ਜਾਣ ਲੈਂਦੇ ਸਾਰਾ ਕੁਝ, ਉਹਨੇ ਬਹੁਤ ਮਿਹਨਤ ਕੀਤੀ। ਸਾਡੇ ਨਗਰ ਕੌਂਸਲ ਦੀ ਇੱਕ ਬਹੁਤ ਵੱਡੀ ਲਾਇਬ੍ਰੇਰੀ ਆ, ਉੱਥੇ ਬਹੁਤ ਵੱਡਾ ਏਸੀ ਹਾਲ ਬਣਿਆ ਹੋਇਆ, ਤਾਂ ਉੱਥੋਂ ਦੇ ਇੱਕ ਏਡੀਸੀ ਆਏ ਸੀਗੇ। ਉਹਨੇ ਏਡੀਸੀ ਨੇ ਉੱਥੇ 1 ਲੱਖ ਰੁਪਏ ਦੀਆਂ ਕਿਤਾਬਾਂ ਲੈ ਕੇ ਜਿਹੜੀ ਪੇਪਰਾਂ ਦੀ ਤਿਆਰੀ ਨਾਲ ਸੰਬੰਧ ਸੀਗੀ ਤਾਂ ਉੱਥੇ ਰੱਖਤੀਆਂ, ਤੇ ਉੱਥੇ ਲਾਇਬ੍ਰੇਰੀਅਨ ਹੈ, ਸੇਵਾਦਾਰ ਵੀ ਹੈ। ਤਾਂ ਉੱਥੇ ਤੜਕੀ ਜਿਹੜੇ ਯੋਗ ਬੱਚੇ ਨੇ ਚਲੇ ਜਾਂਦੇ ਆ, ਉਹ 5 ਵਜੇ ਤੱਕ ਪੜ੍ਹਦੇ ਆ, ਬਹੁਤ ਮਿਹਨਤ ਕਰਦੇ ਆ ਰਾਤ ਦਿਨ। ਉਹ ਮੇਰੇ ਜਿਹੜੇ ਭਾਣਜੇ ਦੀ ਪੋਤੀ ਜਿਹੜੀ ਉੱਥੇ ਜਾਂਦੀ ਸੀ, ਤੇ ਹੁਣ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹਨੇ ਮਤਲਬ ਪੇਪਰ ਬਹੁਤ ਦਿੱਤੇ, ਤੇ ਹੁਣ ਇੱਕ ਤਾਂ ਪੰਜਾਬ ਸਰਕਾਰ ਦੇ ਜਿਹੜਾ ਬਿਜਲੀ ਬੋਰਡ ਆ ਜਿਹੜੇ, ਤਾਂ ਉਹਦੀ ਵਿੱਚੋਂ ਕਲਰਕ ਸਿਲੈਕਟ ਹੋ ਗਈ ਉਹ, ਕੀ ਬਾਤ, ਤੇ ਕੇਂਦਰ ਦਾ ਮਹਿਕਮਾ ਸੀ ਇੱਕ, ਉਹਦੇ ਵਿੱਚ ਵੀ ਕਲਰਕ ਸਿਲੈਕਟ ਹੋ ਗਈ ਉਹ। ਕੀ ਬਾਤ, ਹੁਣ ਨੌਕਰੀਆਂ 2 ਨੇ, ਬੱਚਾ 1 ਹੈ। ਕਹਿਣਾ ਮਤਲਬ ਵੀ ਮਿਹਨਤ ਕਰਨ ਵਾਲੇ ਬੱਚੇ ਦੀ ਬਹੁਤ ਰਾਹ ਨੇ। ਤੁਸੀਂ ਆਪਣੇ ਜੀਵਨ ਪ੍ਰਤੀ ਕਿੰਨੀ ਕੁ ਸੁਹਿਰਦ ਹੋ, ਕਿੰਨੀ ਕੁ ਗੌਰ ਨਾਲ ਤੁਸੀਂ ਜੀਵਨ ਦੀ ਵਿਉਂਤਬੰਦੀ ਨੂੰ ਉਲੀਕਦੇ ਹੋ, ਇਹ ਮਾਇਨੇ ਰੱਖਦਾ। ਚੌਹਾਨ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਸ਼ੁਕਰੀਆ, ਤੁਸੀਂ ਮੈਨੂੰ ਅਕਸਰ ਯਾਦ ਕਰਦੇ ਰਹਿੰਦੇ।